ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਇਸ ਖਾਸ ਪੇਸ਼ਕਾਰੀ ਵਿੱਚ ਆਪਾਂ ਇੱਕ ਬਹੁਤ ਹੀ ਕਮਾਲ ਦੇ ਰੂਹਾਨੀ ਸਫ਼ਰ ਬਾਰੇ ਗੱਲ ਕਰਨ ਜਾ ਰਹੇ ਹਾਂ। ਇਹ ਐਕਸਪਲੇਨਰ ਸਾਨੂੰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਸਰੋਤ ਸਮੱਗਰੀ ਦੇ ਆਧਾਰ ਤੇ ਇੱਕ ਸ਼ਾਨਦਾਰ ਸਿਨੇਮੈਟਿਕ ਝਲਕ ਦਿਖਾਉਂਦਾ ਹੈ। ਆਪਾਂ ਦੇਖਾਂਗੇ ਕਿ ਕਿਵੇਂ ਸ਼ਾਂਤੀ, ਸਮਾਨਤਾ ਅਤੇ ਭਗਤੀ ਦੇ ਉਸ ਇੱਕ ਸੰਦੇਸ਼ ਨੇ ਪੂਰੀ ਦੁਨੀਆ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਤਾਂ ਫਿਰ ਬਿਨਾਂ ਕਿਸੇ ਦੇਰੀ ਦੇ ਸਿੱਧਾ ਇਸ ਮਹਾਨ ਜੀਵਨ ਕਥਾ ਵਿੱਚ ਚੱਲਦੇ ਹਾਂ। ਹੁਣ ਇੱਥੇ ਇੱਕ ਬਹੁਤ ਹੀ ਡੂੰਘਾ ਸਵਾਲ ਪੈਦਾ ਹੁੰਦਾ ਹੈ ਕਿ ਏਕਤਾ ਦਾ ਇੱਕ ਸਧਾਰਨ ਜਿਹਾ ਸੰਦੇਸ਼ ਇੱਕ ਬੁਰੀ ਤਰ੍ਹਾਂ ਵੰਡੀ ਹੋਈ ਦੁਨੀਆ ਨੂੰ ਆਖਿਰ ਕਿਵੇਂ ਬਦਲ ਸਕਦਾ ਹੈ। ਇਹ ਸਵਾਲ ਅਸਲ ਵਿੱਚ ਇਸ ਪੂਰੀ ਕਹਾਣੀ ਦਾ ਬੇਸ ਹੈ। ਸਰੋਤ ਸਮੱਗਰੀ ਇਸ ਇਤਿਹਾਸਿਕ ਬਿਰਤਾਂਤ ਨੂੰ ਇੰਨੀ ਖੂਬਸੂਰਤ ਸੁਨਹਿਰੀ ਰੋਸ਼ਨੀ ਅਤੇ ਪ੍ਰੇਰਨਾਦਾਇਕ ਮਾਹੌਲ ਵਿੱਚ ਪੇਸ਼ ਕਰਦੀ ਹੈ ਕਿ ਇਹ ਸਿਰਫ ਇੱਕ ਪੁਰਾਣੀ ਇਤਿਹਾਸਿਕ ਘਟਨਾ ਨਹੀਂ ਲੱਗਦੀ, ਬਲਕਿ ਇਹ ਅਹਿਸਾਸ ਕਰਾਉਂਦੀ ਹੈ ਕਿ ਸਾਂਝੀਵਾਲਤਾ ਦਾ ਸੱਚਾ ਸੰਦੇਸ਼ ਵਾਕਈ ਸਮਾਜ ਦੀਆਂ ਸਾਰੀਆਂ ਕੰਧਾਂ ਨੂੰ ਤੋੜ ਸਕਦਾ ਹੈ। ਚਲੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਗ ਪਹਿਲੇ ਦੀ, ਇੱਕ ਦਿਆਲੂ ਬਚਪਨ। ਜ਼ਰਾ ਉਸ ਸਮੇਂ ਦੀ ਤਲਵੰਡੀ ਯਾਨੀ ਅੱਜ ਦੇ ਨਨਕਾਣਾ ਸਾਹਿਬ ਦੀ ਕਲਪਨਾ ਕਰੋ। ਸਰੋਤ ਸਮੱਗਰੀ ਇਸ ਪਿੰਡ ਨੂੰ ਇੱਕ ਬਹੁਤ ਹੀ ਸ਼ਾਨਦਾਰ ਅਤੇ ਵਿਸਤ੍ਰਿਤ ਪੰਜਾਬੀ ਸੱਭਿਆਚਾਰਕ ਮਾਹੌਲ ਵਿੱਚ ਪੇਸ਼ ਕਰਦੀ ਹੈ। ਇਹ ਬਿਲਕੁਲ ਉਹੀ ਥਾਂ ਹੈ ਜਿੱਥੇ ਬਾਲ ਗੁਰੂ ਨਾਨਕ ਦੇਵ ਜੀ ਦੇ ਅੰਦਰ ਉਹ ਡੂੰਗੀ ਰੂਹਾਨੀਅਤ ਅਤੇ ਅਥਾਹ ਦਿਆਲਤਾ ਪਹਿਲੀ ਵਾਰ ਝਲਕਦੀ ਹੈ। ਹਰੇ ਭਰੇ ਖੇਤ, ਸਾਦਗੀ ਭਰਿਆ ਜੀਵਨ ਅਤੇ ਇੱਕ ਅਜਿਹਾ ਮਾਹੌਲ ਜੋ ਤੁਹਾਨੂੰ ਅੰਦਰੋਂ ਸ਼ਾਂਤੀ ਦਾ ਅਹਿਸਾਸ ਕਰਵਾਉਂਦਾ ਹੈ। ਹੁਣ ਇੱਥੇ ਇੱਕ ਬਹੁਤ ਹੀ ਦਿਲਚਸਪ ਚੀਜ਼ ਸਾਹਮਣੇ ਆਉਂਦੀ ਹੈ ਜੋ ਉਹਨਾਂ ਦੇ ਸ਼ੁਰੂਆਤੀ ਜੀਵਨ ਦਾ ਮੁੱਖ ਟਕਰਾਅ ਬਣਦੀ ਹੈ। ਇੱਕ ਪਾਸੇ ਤਾਂ ਦੁਨਿਆਵੀ ਉਮੀਦਾਂ ਸਨ, ਜਿਵੇਂ ਕਿ ਪਰਿਵਾਰ ਚਾਹੁੰਦਾ ਸੀ ਕਿ ਉਹ ਵਪਾਰ ਕਰਨ, ਪੈਸਾ ਕਮਾਉਣ, ਪਰ ਦੂਜੇ ਪਾਸੇ ਉਹਨਾਂ ਦਾ ਧਿਆਨ ਆਤਮਿਕ ਕਾਰਜਾਂ ਵੱਲ ਸੀ। ਬਚਪਨ ਤੋਂ ਹੀ ਬੇਇਨਸਾਫੀ ਤੇ ਸਵਾਲ ਉਠਾਉਣਾ, ਗਰੀਬਾਂ ਦੀ ਮਦਦ ਕਰਨਾ ਅਤੇ ਮਨੁੱਖਤਾ ਦੀ ਗੱਲ ਕਰਨਾ, ਇਹ ਸਭ ਦਰਸਾਉਂਦਾ ਕਿ ਉਹਨਾਂ ਦੀ ਸੋਚ ਉਸ ਸਮੇਂ ਦੇ ਆਮ ਸੰਸਾਰਿਕ ਤੌਰ ਤਰੀਕਿਆਂ ਤੋਂ ਕਿਤੇ ਜ਼ਿਆਦਾ ਉੱਪਰ ਸੀ। ਅੱਗੇ ਵਧਦੇ ਹਾਂ ਦੂਜੇ ਭਾਗ ਵੱਲ, ਜੋ ਹੈ ਸੱਚਾ ਸੌਦਾ। ਇਹ ਅਸਲ ਵਿੱਚ ਇਸ ਬਿਰਤਾਂਤ ਦਾ ਇੱਕ ਵੱਡਾ ਟਰਨਿੰਗ ਪੁਆਇੰਟ ਹੈ, ਜਿੱਥੇ ਗੱਲ ਦੁਨਿਆਵੀ ਕੰਮਾਂ ਤੋਂ ਹਟ ਕੇ ਇੱਕ ਇਲਾਹੀ ਮਿਸ਼ਨ ਵਿੱਚ ਬਦਲ ਜਾਂਦੀ ਹੈ। ਸੱਚਾ ਸੌਦਾ ਕੋਈ ਆਮ ਬਿਜ਼ਨਸ ਡੀਲ ਨਹੀਂ ਸੀ। ਸਰੋਤ ਸਮੱਗਰੀ ਬਹੁਤ ਹੀ ਸੋਹਣੇ ਢੰਗ ਨਾਲ ਦੱਸਦੀ ਹੈ ਕਿ ਕਿਵੇਂ ਵਪਾਰ ਕਰਨ ਲਈ ਦਿੱਤੇ ਗਏ ਪੈਸਿਆਂ ਨਾਲ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ। ਇਹ ਪਰਮ ਦਇਆਲਤਾ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਜੋ ਦੱਸਦੀ ਹੈ ਕਿ ਅਸਲ ਮੁਨਾਫਾ ਪੈਸੇ ਵਿੱਚ ਨਹੀਂ, ਸਗੋਂ ਲੋੜਵੰਦਾਂ ਦੀ ਸੇਵਾ ਕਰਨ ਵਿੱਚ ਹੈ। ਹੁਣ ਆਂਦਾ ਹੈ ਤੀਜਾ ਭਾਗ, ਦੁਨੀਆ ਭਰ ਦੀਆਂ ਯਾਤਰਾਵਾਂ। ਆਪਾਂ ਇੱਥੇ ਕਿਸੇ ਛੋਟੇ-ਮੋਟੇ ਸਫ਼ਰ ਦੀ ਗੱਲ ਨਹੀਂ ਕਰ ਰਹੇ। ਇਹ ਯਾਤਰਾਵਾਂ, ਜਿਨ੍ਹਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ, ਬਹੁਤ ਹੀ ਵਿਸ਼ਾਲ ਸਨ। ਜ਼ਰਾ ਇਸ ਦਾ ਸਕੇਲ ਦੇਖੋ। ਪਹਾੜਾਂ ਨੂੰ ਪਾਰ ਕਰਦਿਆਂ ਦਿਨ ਬੀਤੇ, ਤਪਤੇ ਰੇਗਿਸਤਾਨਾਂ ਵਿੱਚੋਂ ਹਫ਼ਤਿਆਂ ਬੱਧੀ ਗੁਜ਼ਰਨਾ, ਨਦੀਆਂ ਦੇ ਕੰਢੇ ਮਹੀਨਿਆਂ ਤੱਕ ਚੱਲਣਾ ਅਤੇ ਵੱਖ-ਵੱਖ ਪਿੰਡਾਂ ਵਿੱਚ ਸਾਲਾਂ ਬੱਧੀ ਸਮਾਂ ਬਿਤਾਉਣਾ। ਸਰੀਰਕ ਤੌਰ ਤੇ ਸੋਚੋ ਤਾਂ ਇਹ ਕਿੰਨਾ ਔਖਾ ਹੋਵੇਗਾ, ਪਰ ਉਸ ਮਹਾਨ ਸੰਦੇਸ਼ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਇਹ ਵਿਸ਼ਾਲਤਾ ਬਿਲਕੁਲ ਜ਼ਰੂਰੀ ਸੀ। ਅਤੇ ਇਸ ਸਫ਼ਰ ਦੌਰਾਨ ਸਰੋਤ ਸਮੱਗਰੀ ਸਾਨੂੰ ਇੱਕ ਬਹੁਤ ਹੀ ਖੂਬਸੂਰਤ ਦ੍ਰਿਸ਼ ਦਿਖਾਉਂਦੀ ਹੈ। ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਹਨ ਅਤੇ ਇਲਾਹੀ ਸ਼ਬਦ ਗਾਏ ਜਾ ਰਹੇ ਹਨ। ਕਮਾਲ ਦੀ ਗੱਲ ਇਹ ਹੈ ਕਿ ਉੱਥੇ ਹਰ ਧਰਮ ਅਤੇ ਪਿਛੋਕੜ ਦੇ ਲੋਕ ਇਕੱਠੇ ਬੈਠ ਕੇ ਬਿਲਕੁਲ ਸ਼ਾਂਤੀ ਨਾਲ ਸੁਣ ਰਹੇ ਹਨ। ਇਹ ਵਾਕਈ ਇਸ ਗੱਲ ਦਾ ਪ੍ਰਤੀਕ ਹੈ ਕਿ ਕਿਵੇਂ ਸੰਗੀਤ ਅਤੇ ਸੱਚਾ ਗਿਆਨ ਵੱਖੋ-ਵੱਖਰੇ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਆਪਸ ਵਿੱਚ ਜੋੜ ਸਕਦਾ ਹੈ। ਚਲੋ ਹੁਣ ਚੱਲਦੇ ਹਾਂ ਚੌਥੇ ਭਾਗ ਤੇ, ਮੱਕੇ ਵਿਖੇ ਇਲਾਹੀ ਗਿਆਨ। ਪਰਮਾਤਮਾ ਕਿੱਥੇ ਮੌਜੂਦ ਨਹੀਂ ਹੈ? ਇਹ ਇੱਕ ਸਵਾਲ ਹੈ ਜੋ ਪੂਰੇ ਦ੍ਰਿਸ਼ ਨੂੰ ਬਦਲ ਕੇ ਰੱਖ ਦਿੰਦਾ ਹੈ। ਮੱਕੇ ਦੇ ਇਸ ਖਾਸ ਪਲ ਨੂੰ ਇਸੇ ਸ਼ਕਤੀਸ਼ਾਲੀ ਸਵਾਲ ਦੇ ਦੁਆਲੇ ਬੁਣਿਆ ਗਿਆ ਹੈ। ਇਹ ਸਵਾਲ ਉਸ ਨਾਟਕੀ ਅਤੇ ਰੂਹਾਨੀ ਮਾਹੌਲ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕਰਦਾ ਹੈ। ਜਦੋਂ ਸਦੀਆਂ ਪੁਰਾਣੀ ਰਵਾਇਤੀ ਸੋਚ ਨੂੰ ਇਸ ਤਰ੍ਹਾਂ ਚੁਣੌਤੀ ਦਿੱਤੀ ਗਈ ਤਾਂ ਸੋਚੋ ਇਸਨੇ ਕਿੱਡੀ ਵੱਡੀ ਜਾਗ੍ਰਿਤੀ ਪੈਦਾ ਕੀਤੀ ਹੋਵੇਗੀ। ਅਤੇ ਫਿਰ ਆਉਂਦਾ ਹੈ ਉਹ ਡੂੰਘਾ ਅਹਿਸਾਸ ਕਿ ਰੱਬ ਸਿਰਫ ਕਿਸੇ ਇੱਕ ਦਿਸ਼ਾ ਜਾਂ ਇੱਕ ਇਮਾਰਤ ਤੱਕ ਸੀਮਿਤ ਨਹੀਂ ਹੈ। ਪਰਮਾਤਮਾ ਹਰ ਜਗ੍ਹਾ ਮੌਜੂਦ ਹੈ। ਸਰੋਤ ਸਮੱਗਰੀ ਸਾਨੂੰ ਦਰਸਾਉਂਦੀ ਹੈ ਕਿ ਇਸ ਡੂੰਘੀ ਸਿੱਖਿਆ ਦੇ ਨਾਲ-ਨਾਲ ਕਈ ਚਮਤਕਾਰ, ਬੇਅੰਤ ਦਿਆਲਤਾ ਅਤੇ ਅਥਾਹ ਸਿਆਣਪ ਦੇ ਦ੍ਰਿਸ਼ ਸਾਹਮਣੇ ਆਏ। ਇਹ ਸਭ ਦੇਖ ਕੇ ਉੱਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ ਅਤੇ ਡੂੰਘੀ ਤਰ੍ਹਾਂ ਪ੍ਰੇਰਿਤ ਹੋਇਆ। ਅਖੀਰ ਵਿੱਚ ਆਪਾਂ ਪਹੁੰਚਦੇ ਹਾਂ ਪੰਜਵੇਂ ਭਾਗ ਤੇ, ਤਿੰਨ ਸੁਨਹਿਰੀ ਥੰਮ। ਸਿੱਖ ਧਰਮ ਦੇ ਬਾਨੀ ਵੱਲੋਂ ਦਿੱਤੇ ਗਏ ਇਸ ਮਹਾਨ ਸੰਦੇਸ਼ ਦਾ ਆਧਾਰ ਇਹ ਤਿੰਨ ਬਹੁਤ ਹੀ ਸਰਲ ਪਰ ਡੂੰਘੇ ਸਿਧਾਂਤ ਹਨ। ਪਹਿਲਾ, ਨਾਮ ਜਪਣਾ, ਯਾਨੀ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ। ਦੂਜਾ, ਕਿਰਤ ਕਰਨੀ, ਮਤਲਬ ਪੂਰੀ ਇਮਾਨਦਾਰੀ ਅਤੇ ਸਖਤ ਮਿਹਨਤ ਨਾਲ ਆਪਣੀ ਰੋਜ਼ੀ ਰੋਟੀ ਕਮਾਉਣਾ। ਅਤੇ ਤੀਜਾ, ਵੰਡ ਛਕਣਾ,
ਜੋ ਕੁਝ ਵੀ ਤੁਸੀਂ ਕਮਾਇਆ ਹੈ ਉਸ ਨੂੰ ਸਮਾਜ ਅਤੇ ਲੋੜਵੰਦਾਂ ਨਾਲ ਸਾਂਝਾ ਕਰਨਾ। ਇਹ 3 ਨਿਯਮ ਅਸਲ ਵਿੱਚ ਇੱਕ ਕਾਮਯਾਬ ਅਤੇ ਅਧਿਆਤਮਕ ਜੀਵਨ ਜਿਉਣ ਦਾ ਪੂਰਾ ਨਕਸ਼ਾ ਨੇ। ਸਰੋਤ ਸਮੱਗਰੀ ਇਸ ਸ਼ਾਨਦਾਰ ਸਿਨੇਮੈਟਿਕ ਬਿਰਤਾਂਤ ਦਾ ਅੰਤ ਇੱਕ ਬਹੁਤ ਹੀ ਕਮਾਲ ਦੇ ਦ੍ਰਿਸ਼ ਨਾਲ ਕਰਦੀ ਹੈ। ਇੱਕ ਸੁਨਹਿਰੀ ਸੂਰਜ ਚੜ੍ਹ ਰਿਹਾ ਹੈ ਜੋ ਕਿ ਗਿਆਨ ਅਤੇ ਨਵੀਂ ਉਮੀਦ ਦਾ ਪ੍ਰਤੀਕ ਹੈ। ਇੱਕ ਪਾਸੇ ਸ਼ਾਂਤਮਈ ਕੀਰਤਨ ਚੱਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੋਈ ਹੈ। ਇਹ ਸ਼ਾਨਦਾਰ ਅਤੇ ਨਰਮ ਰੋਸ਼ਨੀ ਕਹਾਣੀ ਨੂੰ ਇੱਕ ਬਹੁਤ ਹੀ ਸਕੂਨ ਭਰੇ ਮੋੜ ਤੇ ਲਿਆ ਕੇ ਖਤਮ ਕਰਦੀ ਹੈ। ਇਹ ਸਾਨੂੰ ਅਹਿਸਾਸ ਕਰਵਾਉਂਦੀ ਹੈ ਕਿ ਇਹ ਸਿੱਖਿਆਵਾਂ ਪੂਰੀ ਦੁਨੀਆ ਵਿੱਚ ਕਿਵੇਂ ਫੈਲੀਆਂ। ਇਸ ਐਕਸਪਲੇਨਰ ਨੂੰ ਸਮਾਪਤ ਕਰਦੇ ਹੋਏ ਆਪਾਂ ਤੁਹਾਨੂੰ ਇੱਕ ਅਹਿਮ ਸਵਾਲ ਨਾਲ ਛੱਡ ਕੇ ਜਾਣਾ ਚਾਹੁੰਦੇ ਹਾਂ। ਪੂਰਨ ਸਮਾਨਤਾ, ਇਮਾਨਦਾਰੀ ਅਤੇ ਏਕਤਾ ਦਾ ਇਹ ਸਦੀਆਂ ਪੁਰਾਣਾ ਇਤਿਹਾਸਿਕ ਸੰਦੇਸ਼ ਅੱਜ ਦੀ ਆਧੁਨਿਕ ਦੁਨੀਆ ਵਿੱਚ ਕਿਵੇਂ ਲਾਗੂ ਹੁੰਦਾ ਹੈ? ਅੱਜ ਜਦੋਂ ਅਸੀਂ ਦੁਨੀਆ ਦੇ ਹਾਲਾਤ ਦੇਖਦੇ ਹਾਂ ਤਾਂ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਆਪਾਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇਸ ਇਲਾਹੀ ਸੰਦੇਸ਼ ਨੂੰ ਕਿਵੇਂ ਅਪਣਾ ਸਕਦੇ ਹਾਂ। ਇਹ ਵਾਕਈ ਇੱਕ ਅਜਿਹਾ ਵਿਚਾਰ ਹੈ ਜੋ ਡੂੰਘੇ ਚਿੰਤਨ ਦੀ ਮੰਗ ਕਰਦਾ ਹੈ ਤਾਂ ਜੋ ਅਸੀਂ ਸਾਰੇ ਮਿਲ ਕੇ ਇੱਕ ਬਿਹਤਰ ਸਮਾਜ ਸਿਰਜ ਸਕੀਏ। ਸੋਚਿਓ ਜ਼ਰੂਰ।